Hello everyone, welcome you all in your own channel Learn Everything. So ਅਸੀਂ ਕਰ ਰਹੇ ਸੀ ਫਿਜ਼ਿਕਸ, ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ। ਪ੍ਰੀਵੀਅਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਫੈਰੋਮੈਗਨੈਟਿਕ ਸਬਸਟੈਂਸ ਬਾਰੇ ਦੱਸਿਆ ਸੀ। ਹੁਣ ਆਪਾਂ ਕਰਾਂਗੇ ਮੈਗਨੈਟਿਕ ਹਿਸਟਰੀਸਿਸ। ਇਹ ਵੀ ਇੰਪੋਰਟੈਂਟ ਹੈ, ਸਿਲੇਬਸ ਦੇ ਵਿੱਚ ਮੈਂਸ਼ਨ ਹੈ। ਸੋ ਸਟਾਰਟ ਕਰਦੇ ਹਾਂ। ਲੈਟ ਅਸ ਕੰਸੀਡਰ ਅਨਮੈਗਨੇਟਾਈਜ਼ਡ ਬਾਰ ਆਫ ਫੈਰੋਮੈਗਨੈਟਿਕ ਸਬਸਟੈਂਸ। ਕਿ ਸਾਡੇ ਕੋਲ ਨਾ ਇੱਕ ਬਾਰ ਹੈ ਜੋ ਅਨਮੈਗਨੇਟਾਈਜ਼ਡ ਹੈ ਅਤੇ ਉਹ ਫੈਰੋਮੈਗਨੈਟਿਕ ਸਬਸਟੈਂਸ ਦੀ ਬਣੀ ਹੋਈ ਹੈ। ਫੈਰੋਮੈਗਨੈਟਿਕ ਸਬਸਟੈਂਸ ਬਾਰੇ ਮੈਂ ਆਲਰੇਡੀ ਪ੍ਰੀਵੀਅਸ ਵੀਡੀਓ 'ਚ ਦੱਸ ਚੁੱਕੀ ਹਾਂ। ਪਲੇਸ ਇਟ ਇਨ ਅ ਮੈਗਨੈਟਿਕ ਫੀਲਡ ਐਚ। ਇਹਨੂੰ ਤੁਸੀਂ ਐਚ ਮੈਗਨੈਟਿਕ ਫੀਲਡ 'ਚ ਰੱਖੋ। ਹੂਜ਼ ਸਟਰੈਂਥ ਕੈਨ ਬੀ ਚੇਂਜਡ, ਮਤਲਬ ਤੁਸੀਂ ਉਹ ਮੈਗਨੈਟਿਕ ਫੀਲਡ ਦੀ ਸਟਰੈਂਥ ਨਾ ਵੇਰੀ ਕਰਾ ਸਕਦੇ ਹੋ, ਘਟਾ ਵਧਾ ਸਕਦੇ ਹੋ। ਇਫ ਅ ਬਾਰ ਇਜ਼ ਸਲੋਲੀ ਮੈਗਨੇਟਾਈਜ਼, ਜੇ ਤੁਸੀਂ ਉਹਨੂੰ ਹੌਲੀ ਹੌਲੀ ਮੈਗਨੇਟਾਈਜ਼ ਕਰਦੇ ਹੋ ਤਾਂ ਜਿਹੜੀ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਐਮ ਅਤੇ ਜਿਹੜੀ ਦ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਐਮ ਐਂਡ ਹੈਂਸ ਮੈਗਨੈਟਿਕ ਇੰਡਕਸ਼ਨ ਬੀ ਇਨਕਰੀਜ਼ ਕਰੇਗੀ ਵਿਦ ਮੈਗਨੇਟਾਈਜ਼ਿੰਗ ਫੀਲਡ ਐਚ, ਜੋ ਰਿਪਰਜੈਂਟ ਕਰ ਰਿਹਾ ਓ ਏ ਪਾਰਟ। ਦੇਖੋ ਇੱਧਰ ਦੇਖੋ ਓ ਐਚ ਦੀ ਵੇਰੀਏਸ਼ਨ ਦੇ ਨਾਲ ਓ ਬੀ ਚੇਂਜ ਕਰ ਰਿਹਾ। ਦੇਖੋ ਇੱਧਰ ਐਚ ਇਨਕਰੀਜ਼ ਕਰ ਰਿਹਾ, ਇੱਧਰ ਬੀ ਇਨਕਰੀਜ਼ ਕਰ ਰਿਹਾ। ਠੀਕ ਹੈ, ਸੋ ਇਹਨਾਂ ਦੋਨਾਂ ਵਿੱਚ ਰਿਲੇਸ਼ਨ ਦੱਸਿਆ ਹੋਇਆ ਕਿ ਜੇ ਤੁਸੀਂ ਬਾਰ ਨੂੰ ਸਲੋਲੀ ਕੀ ਕਰਦੇ ਹੋ, ਮੈਗਨੇਟਾਈਜ਼ ਕਰਦੇ ਹੋ, ਦ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਐਮ ਐਂਡ ਹੈਂਸ ਮੈਗਨੈਟਿਕ ਇੰਡਕਸ਼ਨ ਬੀ ਇਨਕਰੀਜ਼ ਕਰੇਗੀ ਵਿਦ ਦੀ ਮੈਗਨੇਟਾਈਜੇਸ਼ਨ ਫੀਲਡ ਐਚ। ਇਹਨੂੰ ਰਿਪਰਜੈਂਟ ਕੀਤਾ ਗਿਆ ਓ ਏ ਪਾਰਟ ਨਾਲ। ਅਤੇ ਏ 'ਤੇ ਜਾ ਕੇ ਕੀ ਹੋਏਗਾ, ਐਟ ਏ ਮੈਗਨੇਟਾਈਜੇਸ਼ਨ ਐਕਵਾਇਰ ਅ ਸੈਚੂਰੇਸ਼ਨ ਵੈਲਿਊ ਮਤਲਬ ਕਿ ਇਸ ਪੁਆਇੰਟ ਤੋਂ ਬਾਅਦ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਇਨਕਰੀਜ਼ ਨਹੀਂ ਕਰੇਗੀ ਇਰਰਿਸਪੈਕਟਿਵ ਆਫ ਇਨਕਰੀਜ਼ ਇਨ ਮੈਗਨੇਟਾਈਜ਼ਿੰਗ ਫੀਲਡ। ਯਾਨੀ ਤੁਸੀਂ ਮੈਗਨੇਟਾਈਜ਼ਿੰਗ ਫੀਲਡ ਜਿੰਨਾ ਮਰਜ਼ੀ ਇਨਕਰੀਜ਼ ਕਰੋ, ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਨੇ ਇਨਕਰੀਜ਼ ਨਹੀਂ ਕਰਨਾ। ਦੈਟ ਮੀਨਸ ਇੱਕ ਸੈਚੂਰੇਸ਼ਨ ਪੁਆਇੰਟ ਆ ਗਿਆ। ਸੋ ਏ ਇਜ਼ ਦਾ ਪੁਆਇੰਟ ਆਫ ਸੈਚੂਰੇਸ਼ਨ। ਠੀਕ ਹੈ, ਮੈਗਨੈਟਿਕ ਸੈਚੂਰੇਸ਼ਨ ਹੋ ਗਈ ਉੱਥੇ। ਇਫ ਦਾ ਮੈਗਨੇਟਾਈਜ਼ਿੰਗ ਫੀਲਡ ਇਜ਼ ਡਿਕਰੀਜ਼ ਸਲੋਲੀ, ਜੇ ਤੁਸੀਂ ਇਹਨੂੰ ਡਿਕਰੀਜ਼ ਕਰ ਦਿਓ ਤਾਂ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਐਂਡ ਹੈਂਸ ਬੀ ਆਲਸੋ ਕੀ ਕਰੇਗਾ, ਉਹ ਡਿਕਰੀਜ਼ ਕਰ ਜਾਏਗਾ। ਬਟ ਇਟਸ ਡਿਕਰੀਜ਼ ਇਜ਼ ਨॉट ਲਾਰਜ ਐਜ਼ ਵਾਜ਼ ਇਟ ਰਾਈਜ਼, ਮਤਲਬ ਡਿਕਰੀਜ਼ ਇੰਨਾ ਲਾਰਜ ਨਹੀਂ ਹੋਏਗਾ ਜਿੰਨਾ ਲਾਰਜਲੀ ਇਨਕਰੀਜ਼ ਕੀਤਾ ਸੀ। ਵੈਨ ਮੈਗਨੇਟਾਈਜ਼ਿੰਗ ਫੀਲਡ ਇਜ਼ ਜ਼ੀਰੋ, ਲੈਟਸ ਸੇ ਹੁਣ ਜਦੋਂ ਮੈਗਨੇਟਾਈਜ਼ਿੰਗ ਫੀਲਡ ਜ਼ੀਰੋ ਹੋ ਗਿਆ ਤਾਂ ਇੰਟੈਂਸਿਟੀ ਆਫ ਫੀਲਡ ਉੱਥੇ ਕੀ ਹੋਏਗੀ, ਇਜ਼ ਨॉट ਜ਼ੀਰੋ। ਉੱਥੇ ਇੰਟੈਂਸਿਟੀ ਕਦੇ ਵੀ ਜ਼ੀਰੋ ਨਹੀਂ ਹੋਏਗੀ, ਬਟ ਇਕੁਅਲ ਟੂ ਕੀ ਹੋਏਗੀ, ਓ ਬੀ। ਇਹ ਦੇਖੋ ਜ਼ੀਰੋ 'ਤੇ ਦੀ ਵੈਲਿਊ ਕਿੰਨੀ ਆ ਜਾਏਗੀ, ਓ ਬੀ। ਸੋ ਇਹੀ ਹੈ ਜਿਹੜੀ ਇੰਟੈਂਸਿਟੀ ਆਫ ਮੈਗਨੀਟਾਈਜੇਸ਼ਨ ਜਾਂ ਕੀ ਕਹਿ ਸਕਦੇ ਹਾਂ ਮੈਗਨੈਟਿਕ ਇੰਡਕਸ਼ਨ, ਜਿਹੜੀ ਇਸ ਪੁਆਇੰਟ 'ਤੇ ਮਤਲਬ ਕਿ ਜਦੋਂ ਜ਼ੀਰੋ ਆ ਉਸ ਨੂੰ ਵੀ ਆਈ, ਉਹਨੂੰ ਬੋਲਦੇ ਰੈਜ਼ੀਡਿਊਅਲ ਮੈਗਨੇਟਿਜ਼ਮ ਔਰ ਰਿਟੈਂਟਿਵਿਟੀ। ਕੀ ਬੋਲਦੇ ਇਹਨੂੰ, ਰਿਟੈਂਟਿਵਿਟੀ, ਰਿਪਰਜੈਂਟਡ ਬਾਈ ਓ ਬੀ। ਕਲੀਅਰ ਆ ਜੀ ਤੁਹਾਨੂੰ ਰਿਟੈਂਟਿਵਿਟੀ। ਇੱਥੇ ਨਾ ਦੇਖੋ ਰਿਟੈਂਟਿਵਿਟੀ ਐਰੋ ਨਾਲ ਸ਼ੋ ਵੀ ਕੀਤੀ ਹੋਈ ਹੈ। ਸੋ ਜਦੋਂ ਮੈਗਨੇਟਾਈਜ਼ਿੰਗ ਫੀਲਡ ਜ਼ੀਰੋ ਕਰ ਦਿੱਤਾ ਤਾਂ ਵੀ ਇੰਟੈਂਸਿਟੀ ਆਫ ਮੈਗਨੇਟਾਈਜ਼ੇਸ਼ਨ ਜ਼ੀਰੋ ਨਹੀਂ ਹੋਈ, ਬਟ ਇਟ ਇਜ਼ ਇਕੁਅਲ ਟੂ ਓ ਬੀ। ਇਹੀ ਜਿਹੜੀ ਇੰਟੈਂਸਿਟੀ ਆਫ ਮੈਗਨੇਟਾਈਜ਼ੇਸ਼ਨ ਨੂੰ ਆਪਾਂ ਰੈਜ਼ੀਡਲ ਮੈਗਨੇਟਿਜ਼ਮ ਜਾਂ ਫਿਰ ਰਿਟੈਂਟਿਵਿਟੀ ਬੋਲਦੇ ਹਾਂ। ਸੋ ਦਾ ਮੈਗਨੇਟਿਜ਼ਮ ਲੈਫਟ ਬਿਹਾਈਂਡ ਦਾ ਮੈਗਨੈਟਿਕ ਸਬਸਟਾਂਸ, ਜਦੋਂ ਮੈਗਨੇਟਾਈਜ਼ਿੰਗ ਫੀਲਡ ਰਿਡਿਊਸ ਕਰ ਦਿੱਤਾ ਗਿਆ ਜ਼ੀਰੋ ਨੂੰ, ਉਹਨੂੰ ਕੀ ਬੋਲਦੇ, ਰਿਟੈਂਟਿਵਿਟੀ ਔਰ ਰਿਮੇਨਸ। ਓਕੇ, ਸੋ ਇਹ ਤੁਸੀਂ ਯਾਦ ਰੱਖਣਾ ਆ, ਇੰਪੋਰਟੈਂਟ ਹੈ। ਰਿਟੈਂਟਿਵਿਟੀ ਡੈਫੀਨੇਸ਼ਨ ਪੁੱਛੀ ਜਾ ਸਕਦੀ ਹੈ, ਸਟੇਟਮੈਂਟ ਦੇ ਕੇ ਪੁੱਛਿਆ ਜਾ ਸਕਦਾ ਕਿ ਇਹ ਕੀ ਰਿਟੈਂਟਿਵਿਟੀ ਆ, ਕਰੈਕਟਿਵਿਟੀ ਆ, ਉਹ ਪੁੱਛਿਆ ਜਾਏਗਾ। ਠੀਕ ਹੈ, ਸੋ ਨੈਕਸਟ ਦੇਖੋ ਇਹਦੇ ਵਿੱਚ ਦ ਮੈਗਨੇਟਿਜ਼ਮ ਲੈਫਟ ਬਿਹਾਈਂਡ, ਇਹ ਤਾਂ ਉਹੀ ਹੋ ਗਿਆ ਇਨ ਦਾ ਮੈਗਨੈਟਿਕ ਸਬਸਟਾਂਸ ਵੈਨ ਦਾ ਮੈਗਨੇਟਾਈਜ਼ਿੰਗ ਫੀਲਡ ਹੈਜ਼ ਬੀਨ ਰਿਡਿਊਸ ਟੂ ਜ਼ੀਰੋ, ਮਤਲਬ ਰਿਟੈਂਟਿਵਿਟੀ ਹੋ ਗਿਆ। ਨਾਓ ਜੇ ਅਸੀਂ ਦੇਖਦੇ ਹਾਂ ਡਾਇਰੈਕਸ਼ਨ ਆਫ ਐਚ ਇਜ਼ ਰਿਵਰਸ, ਅਸੀਂ ਰਿਵਰਸ ਕਰ ਦਈਏ ਅਤੇ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਰਿਡਿਊਸ ਕਰੀਏ ਅਲੋਂਗ ਬੀ ਸੀ। ਇਹਦੇ ਵਿੱਚ ਦੇਖੋ ਅਲੋਂਗ ਬੀ ਸੀ ਗੱਲ ਕੀਤੀ ਇੱਧਰ ਨੂੰ। ਠੀਕ ਹੈ, ਇੱਧਰ ਨੂੰ ਗੱਲ ਕਰਦੇ ਪਏ ਹੋ। ਫਿਰ ਕੀ ਹੋਏਗਾ, ਟਿਲ ਇਟ ਬਿਕਮ ਜ਼ੀਰੋ ਐਟ ਸੀ, ਜਦੋਂ ਤੱਕ ਕਿ ਜਾ ਕੇ ਸੀ 'ਤੇ ਜ਼ੀਰੋ ਨਹੀਂ ਹੁੰਦੀ। ਇੱਥੇ thus to reduce the residual magnetism or retentivity to zero we have to apply the magnetizing field equal to OC in the reverse direction। ਸੋ ਇਹਨੂੰ ਜ਼ੀਰੋ ਕਰਨ ਲਈ ਸਾਨੂੰ ਰਿਵਰਸ ਡਾਇਰੈਕਸ਼ਨ ਦੇ ਵਿੱਚ OC ਦੇ ਵਿੱਚ ਦੱਸਦੇ ਪਿਆ ਕਿ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ, ਮਤਲਬ ਜੇ ਆਪਾਂ ਉਹਨੂੰ ਜ਼ੀਰੋ ਬਣਾਉਣਾ ਆ। ਠੀਕ ਹੈ, ਟੂ ਰਿਡਿਊਸ ਦਾ ਰੈਜ਼ੀਡਿਊਅਲ ਮੈਗਨੇਟਿਜ਼ਮ ਔਰ ਰਿਟੈਂਟਿਵਿਟੀ ਟੂ ਜ਼ੀਰੋ ਵੀ ਹੈਵ ਟੂ ਅਪਲਾਈ ਦਾ ਮੈਗਨੇਟਾਈਜ਼ਿੰਗ ਫੀਲਡ, ਕਿੰਨਾ, ਕਿਹਦੇ ਇਕੁਅਲ ਟੂ ਓ ਸੀ ਇਨ ਦਾ ਰਿਵਰਸ ਡਾਇਰੈਕਸ਼ਨ। ਓ ਸੀ ਦੇ ਇਕੁਅਲ ਟੂ ਰਿਵਰਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਕੀ ਅਪਲਾਈ ਕਰਨਾ ਪਏਗਾ, ਮੈਗਨੇਟਾਈਜ਼ਿੰਗ ਫੀਲਡ। ਸੋ ਮੈਗਨੇਟਾਈਜ਼ਿੰਗ ਫੀਲਡ ਰਿਕੁਆਇਰ ਟੂ ਮੇਕ ਦਾ ਰੈਜ਼ੀਡਿਊਅਲ ਮੈਗਨੇਟਿਜ਼ਮ ਜ਼ੀਰੋ, ਉਹਨੂੰ ਬੋਲਦੇ ਆ ਕਰੈਕਟਿਵਿਟੀ। ਠੀਕ ਹੈ, ਸੋ ਇਹ ਹੋਏਗੀ ਦਿਸ ਇਜ਼ ਓ ਸੀ ਇਜ਼ ਇਕੁਅਲ ਟੂ ਕਰੈਕਟਿਵਿਟੀ। ਠੀਕ ਹੈ, ਇਹ ਰਿਟੈਂਟਿਵਿਟੀ ਆ ਅਤੇ ਇਹ ਹੋ ਗਈ ਕਰੈਕਟਿਵਿਟੀ। ਸੋ ਇਹ ਡੈਫੀਨੇਸ਼ਨ ਦੋਨੇ ਬਹੁਤ ਇੰਪੋਰਟੈਂਟ ਆ। ਯਾਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਕਰਨਾ ਹੈ ਕਿ ਰਿਟੈਂਟਿਵਿਟੀ ਕੀ ਆ, ਅਤੇ ਇਹ ਰਿਟੈਂਟਿਵਿਟੀ ਉਹ ਜਦੋਂ ਮੈਗਨੇਟਿਜ਼ਮ ਫੀਲਡ ਜ਼ੀਰੋ ਹੈਗਾ, ਰਿਡਿਊਸ ਟੂ ਜ਼ੀਰੋ ਆ, ਅਤੇ ਬਟ ਫਿਰ ਵੀ ਉੱਥੇ ਮੈਗਨੇਟਿਜ਼ਮ ਕੁਛ ਹੈ ਮੈਗਨੈਟਿਕ ਸਬਸਟਾਂਸ ਦਾ, ਤਾਂ ਉਹਨੂੰ ਬੋਲਦੇ ਰਿਟੈਂਟਿਵਿਟੀ। ਅਤੇ ਮੈਗਨੇਟਿਜ਼ਮ ਫੀਲਡ ਨੂੰ ਜਿਹੜਾ ਸਾਨੂੰ ਮੈਗਨੇਟਿਜ਼ਮ ਫੀਲਡ ਰਿਕੁਆਇਰ ਆ, ਚਾਹੀਦਾ ਆ ਟੂ ਮੇਕ ਦਾ ਰੈਜ਼ੀਡਲ ਮੈਗਨੇਟਿਜ਼ਮ, ਜਿਹੜਾ ਰੈਜ਼ੀਡਲ ਬਚਿਆ ਹੋਇਆ ਮੈਗਨੇਟਿਜ਼ਮ ਉਹਨੂੰ ਜ਼ੀਰੋ ਬਣਾ ਲਈ, ਉਹਨੂੰ ਬੋਲਦੇ ਕਰੈਕਟਿਵਿਟੀ ਆਫ ਮਟੀਰੀਅਲ।
ਇਫ ਦ ਰਿਵਰਸ ਮੈਗਨੇਟਾਈਜ਼ਿੰਗ ਫੀਲਡ ਇਜ਼ ਫਰਦਰ ਇਨਕਰੀਜ਼, ਜਿਹਨੂੰ ਤੁਸੀਂ ਫਰਦਰ ਰਿਵਰਸ ਦੇ ਵਿੱਚ ਵਧਾਓ ਤਾਂ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਚੇਂਜ ਹੋ ਜਾਂਦੀ ਹੈ ਅਕੋਰਡਿੰਗ ਟੂ ਕਰਵ ਸੀ ਡੀ। ਦੇਖੋ ਸੀ ਡੀ ਦੇ ਅਲੋਂਗ ਇੱਧਰ ਜੇ ਤੁਸੀਂ ਹੋਰ ਫਰਦਰ ਇਹਨੂੰ ਕੀ ਕਰਦੇ ਹੋ ਇਨਕਰੀਜ਼ ਕਰਦੇ ਹੋ ਰਿਵਰਸ ਦੇ ਵਿੱਚ। ਅਤੇ ਡੀ ਪੁਆਇੰਟ ਕੀ ਰਿਪਰਜੈਂਟ ਕਰੇਗਾ, ਰਿਵਰਸ ਮੈਗਨੇਟਿਕ saturation of material. On increasing the field again in step the curve follow the path DEFA. So ਇਹਨੇ path ਤੇ follow ਕਰਨਾ DEFA, ਇਹਦਾ ਮਤਲਬ again reverse direction ਚ ਆ ਜਾਣਾ। The closed curve ਜੇ ਮੈਂ ਪੂਰੀ ਨੂੰ close ਕਰ ਦੇਵਾਂ, ਇਹ ਜਿਹੜੀ close ਹੈਗੀ ਪੂਰੀ curve ਇਹ ਦੇਖੋ ਜਿਹੜੀ ਬਣਾਈ ਹੋਈ ਹੈ this is ਇਹ ਪੂਰੀ ਕਲੋਜ਼ ਕਰਵ ਦੀ ਜੇ ਆਪਾਂ ਗੱਲ ਕਰੀਏ, ਫਿਰ ਉਹ ਜਿਹੜੀ ਪੂਰੀ ਕਲੋਜ਼ ਕਰਵ ਹੈਗੀ ਉਹਨੂੰ ਆਪਾਂ ਬੋਲਦੇ ਹਿਸਟਰੀਸਿਸ ਕਰਵ। ਦ ਵਰਡ ਹਿਸਟਰੀਸਿਸ ਦਾ ਮੀਨ ਹੁੰਦਾ ਲੈਗਿੰਗ ਬਿਹਾਈਂਡ, ਠੀਕ ਹੈ। ਸੋ ਦ ਲੈਗਿੰਗ ਆਫ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਬੀ ਬਿਹਾਈਂਡ ਦ ਮੈਗਨੈਟਿਕ ਫੀਲਡ ਐਚ ਜਦੋਂ ਫੈਰੋਮੈਗਨੈਟਿਕ ਸਬਸਟਾਂਸ ਇਜ਼ ਟੇਕਨ ਥਰੂ ਅ ਸਾਈਕਲ ਆਫ ਮੈਗਨੇਟਾਈਜੇਸ਼ਨ ਐਂਡ ਡੀਮੈਗਨੇਟਾਈਜੇਸ਼ਨ ਉਹਨੂੰ ਬੋਲਦੇ ਹਿਸਟਰੀਸੀ। ਸੋ ਜੋ ਵੀ ਇੱਥੇ ਲੈਗਿੰਗ ਹੋ ਰਹੀ ਹੈ ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ ਦੀ ਬਿਹਾਈਂਡ ਦ ਮੈਗਨੇਟਿਜ਼ਿੰਗ ਫੀਲਡ ਤੋਂ ਪਿੱਛੇ ਰਹਿ ਰਿਹਾ ਵੈਨ ਜਦੋਂ ਮੈਗਨੈਟਿਕ ਫੀਲਡ ਜਿਹੜੇ ਫੈਰੋਮੈਗਨੈਟਿਕ ਸਬਸਟਾਂਸ ਆ ਕਦੀ ਉਹਨਾਂ ਨੂੰ ਤੁਸੀਂ ਮੈਗਨੇਟਾਈਜ਼ ਕਰਦੇ ਹੋ ਜਾਂ ਡੀਮੈਗਨੇਟਾਈਜ਼ ਕਰਦੇ ਹੋ ਉਹਨੂੰ ਆਪਾਂ ਬੋਲਦੇ ਹਾਂ ਹਿਸਟਰੀਸਿਸ, ਠੀਕ ਹੈ। ਇਹਦੇ ਵਿੱਚ MH ਕਰਵ ਆਉਂਦੀ ਹੈ, MH ਕਰਵ ਇਜ਼ ਆਈਡੈਂਟੀਕਲ ਟੂ BH ਕਰਵ ਹੀ ਹੈ, ਠੀਕ ਹੈ। with only difference ਕੀ ਆ there is in case of MH we get the saturation state when the curve becomes slight parallel to abscissa where in BH curve saturation point is not parallel to H। ਸੋ ਇਹੀ ਫਰਕ ਆਉਂਦਾ ਆ ਕਿ ਇਹਦੇ ਵਿੱਚ ਵੈਸੇ ਤਾਂ ਇਹ ਕਾਫੀ ਆਈਡੈਂਟੀਕਲ ਹੈਗੀਆਂ ਨੇ, ਬਸ ਡਿਫਰੈਂਸ ਇਹ ਹੈ ਕਿ MH ਕਰਵ ਦੇ ਵਿੱਚ ਸੈਚੂਰੇਸ਼ਨ ਸਟੇਟ ਜਿਹੜੀ ਆ ਉਦੋਂ ਹੁੰਦੀ ਹੈ ਜਦੋਂ ਕਰਵ ਜਿਹੜੀ ਆ ਪੈਰਲਲ ਟੂ ਐਬਸੀਸਾ ਹੁੰਦੀ ਹੈ, ਬਟ ਇਨ BH ਸੈਚੂਰੇਸ਼ਨ ਉਦੋਂ ਹੁੰਦੀ ਹੈ ਜਦੋਂ ਨਾਟ ਪੈਰਲਲ ਟੂ ਐਬਸੀਸਾ ਹੋਵੇ, ਠੀਕ ਹੈ। ਦ MH ਲੂਪ ਹੈਜ਼ ਬੀਨ ਸ਼ੋਨ ਫਿਗਰ 18.A, ਇਹ ਦੇਖੋ ਇਹ MH ਕਰਵ ਹੈ, ਇਹ ਤੁਹਾਨੂੰ BH ਇਹ MH ਕਰਵ ਹੋ ਗਈ, ਇਹ BH ਕਰਵ ਹੋ ਗਈ, ਠੀਕ ਹੈ। ਇਹ ਫਰਕ ਹੈ ਦੋਨਾਂ 'ਚ, ਇਹ ਦਿਖਾਈਆਂ ਹੋਈਆਂ ਦੋਨੋਂ ਨੇ ਸ਼ੇਪਸ। ਸੋ ਡਿਫਰੈਂਟ ਮਟੀਰੀਅਲ ਹੈਵ ਡਿਫਰੈਂਟ ਲੂਪ, ਦ ਟੂ ਕਰਵ ਇਸ ਅਲੱਗ ਤੁਹਾਨੂੰ ਦੱਸੀਆਂ ਗਈਆਂ। ਇਲਿਸਟ੍ਰੇਟ ਦ ਡਿਫਰੈਂਟ ਵਿਚ ਐਗਜ਼ਿਸਟ ਬਿਟਵੀਨ ਦ ਸੌਫਟ ਆਇਰਨ ਐਂਡ ਹਾਰਡ ਸਟੀਲ। ਇਟ ਮੇ ਬੀ ਰਿਜ਼ੈਂਬਲ ਦੈਟ ਏਰੀਆ ਆਫ ਦ ਲੂਪ ਰਿਪਰਜੈਂਟ ਦ ਲੋਸ ਆਫ ਐਨਰਜੀ ਪਰ ਸਾਈਕਲ ਆਫ ਮੈਗਨੇਟਾਈਜੇਸ਼ਨ। ਸੋ ਇਹ ਇੰਪੋਰਟੈਂਟ ਪੁਆਇੰਟ ਹੈ, ਏਰੀਆ ਸਾਨੂੰ ਲੂਪ ਦਾ ਕੀ ਰਿਪਰਜੈਂਟ ਕਰਦਾ, ਲੋਸ ਆਫ ਐਨਰਜੀ ਕਿੰਨਾ ਹੁੰਦਾ ਪਰ ਸਾਈਕਲ ਆਫ ਮੈਗਨੇਟਾਈਜੇਸ਼ਨ, ਕਿਉਂਕਿ ਲੋਸ ਆਫ ਐਨਰਜੀ ਵੀ ਸਿਲੇਬਸ 'ਚ ਮੈਂਸ਼ਨ ਹੈਗਾ। ਸੋ ਟੂ ਮੇਕ ਦਾ ਪਰਮਾਨੈਂਟ ਮੈਗਨੇਟ, ਜੇ ਮੈਗਨੇਟਸ ਨੂੰ ਪਰਮਾਨੈਂਟ ਮੈਗਨੇਟਸ ਤੁਸੀਂ ਬਣਾਉਣੀ ਹੈ, ਵੀ ਯੂਜ਼ ਦੋਜ਼ ਸਬਸਟਾਂਸ ਵਿਚ ਹੈਵ ਲਾਰਜ ਵੈਲਿਊ ਆਫ ਰਿਟੈਂਟਿਵਿਟੀ। ਅਸੀਂ ਉਹ ਸਬਸਟਾਂਸ ਯੂਜ਼ ਕਰਦੇ ਜਿਹਨਾਂ ਦੀ ਰਿਟੈਂਟਿਵਿਟੀ ਵੈਲਿਊ ਲਾਰਜ ਹੋਵੇ, ਪੁੱਛਿਆ ਜਾ ਸਕਦਾ, ਐਂਡ ਕਰੈਕਟਿਵਿਟੀ ਦੋਨੇ। ਹਾਰਡ ਸਟੀਲ ਐਂਡ ਕੋਬਾਲਟ steel contain cobalt, tungsten, carbon ਤੇ iron are the example of such substance ਜਿਨ੍ਹਾਂ ਦੀ ਰਿਟੈਂਟਿਵਿਟੀ ਕਰੈਕਟਿਵਿਟੀ ਕੀ ਹੁੰਦੀ ਜ਼ਿਆਦਾ। ਨਾਓ ਡੇਜ਼ ਅਸੀਂ ਐਲੋਏ ਯੂਜ਼ ਕਰਦੇ ਹਾਂ, ਐਲਨੀਕੋ ਦੀ ਜਿਹਦੇ 'ਚ ਆਇਰਨ 54%, ਇਹ ਸਾਰੀਆਂ ਪਰਸੈਂਟੇਜ ਦੇਖ ਲੈਣੀ ਹੈ। ਇਹ ਅਸੀਂ ਪਰਮਾਨੈਂਟ ਮੈਗਨੇਟ ਬਣਾਉਣ ਲਈ ਯੂਜ਼ ਕਰਦੇ ਹਾਂ। ਮੇਨ ਇਹ ਪੁੱਛਿਆ ਜਾ ਸਕਦਾ ਕਿ ਪਰਮਾਨੈਂਟ ਮੈਗਨੇਟਸ ਬਣਾਉਣ ਲਈ ਆਪਾਂ ਕਿੱਦਾਂ ਦੇ ਸਬਸਟਾਂਸ ਯੂਜ਼ ਕਰਦੇ ਜਿਹਨਾਂ ਦੀ ਲਾਰਜ ਵੈਲਿਊ ਆਫ ਰਿਟੈਂਟਿਵਿਟੀ ਤੇ ਕਰੈਕਟਿਵਿਟੀ ਹੋਵੇ, ਠੀਕ ਹੈ। ਸੋ ਇਲੈਕਟ੍ਰੋਮੈਗਨੇਟਸ and cores of transformer and generators are made of material। ਸੋ ਜਿਹੜੀਆਂ ਇਲੈਕਟ੍ਰੋਮੈਗਨੇਟਸ ਅਤੇ ਕੋਰਸ ਹੁੰਦੀਆਂ ਟਰਾਂਸਫਾਰਮਰ ਦੀਆਂ ਅਤੇ ਜਨਰੇਟਰ ਦੀਆਂ, ਉਹ ਜ਼ਿਆਦਾਤਰ ਉਸ ਮਟੀਰੀਅਲ ਦੀਆਂ ਬਣਦੀਆਂ ਜਿਹਦੀ ਲੋ ਵੈਲਿਊ ਆਫ ਕਰੈਕਟਿਵਿਟੀ ਹੋਵੇ ਐਂਡ ਸਮੋਲ ਏਰੀਆ ਆਫ ਹਿਸਟਰੀਸਿਸ ਲੋ ਹੋਵੇ। ਹੁਣ ਏਰੀਆ ਸਮੋਲ ਹੋਣ ਨਾਲ ਕੀ ਹੋਏਗਾ, ਐਨਰਜੀ ਲੋਸ ਕਮ ਹੋਏਗਾ, ਹੈ ਨਾ, ਕਿਉਂਕਿ ਏਰੀਆ ਸਾਨੂੰ ਦੱਸਦਾ ਐਨਰਜੀ ਲੋਸ ਬਾਰੇ। ਸੋ ਸੌਫਟ ਆਇਰਨ ਫੁੱਲਫਿਲ ਦੀਜ਼ ਕੰਡੀਸ਼ਨ, ਉਹ ਸਾਰੀਆਂ ਕੰਡੀਸ਼ਨਸ ਨੂੰ ਫੁੱਲਫਿਲ ਕਰਦਾ ਆ ਐਂਡ ਬੈਸਟ ਸੁਇਟਡ ਟੂ ਮੇਕਿੰਗ ਇਲੈਕਟ੍ਰੋਮੈਗਨੇਟਸ ਐਂਡ ਕੋਰ ਆਫ ਦੀ ਟਰਾਂਸਫਾਰਮਰ ਐਂਡ ਜਨਰੇਟਰ। ਸੋ ਇਸੇ ਕਰਕੇ ਜਿਹੜੀਆਂ ਟਰਾਂਸਫਾਰਮਰ ਜਾਂ ਜਨਰੇਟਰਸ ਦੀਆਂ ਕੋਰ ਆ ਸੌਫਟ ਆਇਰਨ ਦੀਆਂ ਬਣਾਈਆਂ ਜਾਂਦੀਆਂ ਕਿਉਂਕਿ ਉਹ ਇਹ ਸਾਰੀਆਂ ਕੰਡੀਸ਼ਨਸ ਨੂੰ ਫੋਲੋ ਕਰਦਾ ਹੈ। ਕਲੀਅਰ ਆ ਜੀ। ਏਰੀਆ ਆਫ ਹਿਸਟਰੀਸਿਸ ਲੂਪ ਦਾ ਘੱਟ ਹੀ ਹੋਵੇ ਕਿਉਂਕਿ ਉਹਨਾਂ ਐਨਰਜੀ ਲੋਸ ਘੱਟ ਹੋਏਗਾ। ਕਲੀਅਰ ਆ ਜੀ, ਤੁਹਾਨੂੰ ਇਹ ਵਾਲੀ ਇੰਪੋਰਟੈਂਟ ਹੈ ਚੀਜ਼ਾਂ। Next, loss of energy due to stresses when ferromagnetic substance is taken through a cycle of magnetization। मतलब पूरा उत्थे cycle of magnetization करवाया तुसी ferromagnetic substance ते। There always occurs some loss of energy, कुछ energy का loss हुंदा because work done हुंदा उहदे ते during the magnetization और not recoverable recovered नहीं हुंदा completely on the demagnetization। मतलब तुसी magnetize करके जिन्ना वर्क कीता demagnetize ते complete तुहानू recover नहीं होनी वो चीज़ पूरी। So net loss of energy take place through the hysteresis cycle, उन्होंने बोलते आपां हिस्टरीसिस लॉस। मतलब ये पूरा साइकिल ਜਿਹੜਾ ਅਸੀਂ ਪੂਰੀ ਕਰਵ ਜਿਹੜੀ ਡਰਾ ਕੀਤੀ ਸੀ, ਸੋ ਉਹਦੇ ਲਈ ਉਹਦੇ ਵਿੱਚ ਜਿਹੜਾ ਜਿੰਨਾ ਵੀ એનર્ਜੀ ਲਾਸ ਹੁੰਦਾ ਉਹਨੂੰ ਆਪਾਂ ਹਿਸਟਰੀਸਿਸ ਲਾਸ ਕਹਿੰਦੇ ਹਾਂ। ਲੈਟਸ ਇੱਕ ਯੂਨਿਟ ਵੋਲਿਊਮ ਫੈਰੋਮੈਗਨੈਟਿਕ ਸਬਸਟਾਂਸ ਹੈ, NO 'ਚ ਨੰਬਰ ਆਫ ਮੋਲੀਕੂਲਰ ਮੈਗਨੇਟ ਡਾਈਪੋਲਸ ਹੈ, ਠੀਕ ਹੈ। ਇਹ ਸਾਰਾ ਤੁਹਾਨੂੰ ਅੱਗੇ ਡਿਫਾਈਨ ਕੀਤਾ ਹੋਇਆ। ਸੋ ਇਹਦੇ ਵਿੱਚ ਸਾਡੇ ਕੋਲ ਟੋਟਲ એનર્ਜੀ ਜਿਹੜੀ ਡਿਸਪੇਟਡ ਹੁੰਦੀ ਆ ਵਨ ਸਾਈਕਲ ਆਫ ਮੈਗਨੇਟਾਈਜੇਸ਼ਨ ਉਹ ਗਿਵਨ ਹੁੰਦੀ ਬਾਈ ਦੀ ਏਰੀਆ ਆਫ MH ਕਰਵ, ਇਹ ਪੁੱਛਿਆ ਜਾ ਸਕਦਾ, ਠੀਕ ਹੈ। ਤੇ ਇਹ ਕੰਪੋਨੈਂਟ ਹੁੰਦੀ ਹੈ ਡਾਇਰੈਕਸ਼ਨ ਆਫ H1 ਨੂੰ ਸਾਈਨ ਥੀਟਾ ਪਰਪੈਂਡੀਕੂਲਰ ਟੂ H ਹੁੰਦਾ। ਸੋ ਇਹਦੇ ਵਿੱਚ ਆਪਾਂ ਇਹ ਦੇਖਦੇ ਹਾਂ ਕਿ ਜਿਹੜੀ ਟੋਟਲ એનર્ਜੀ ਹੁੰਦੀ ਹੈ ਨਾ ਜਿਹੜੀ ਡਿਸੀਪੇਟ ਹੁੰਦੀ ਹੈ ਡਿਊਰਿੰਗ ਦਾ ਵਨ ਸਾਈਕਲ ਆਫ ਮੈਗਨੇਟਾਈਜੇਸ਼ਨ ਉਹ ਸਾਨੂੰ ਪਤਾ ਲੱਗਦੀ ਬਾਈ ਦੀ ਏਰੀਆ ਆਫ MH ਕਰਵ।
क्लीयर। एनर्जी लॉस फ्रॉम BH कर्व, ये BH ये देखो दिता होया this 1 upon mu naught area of BH curve, hence energy loss per unit volume during the one cycle is given by 1 mu naught times the area of BH curve। ਇਹਦੇ CH सिस्टम ਦੇ ਵਿੱਚ 1/4 ਪਾਈ ਆ ਗਿਆ into area of BH curve, so energy loss ਹੋ ਗਿਆ in the BH curve। ਸੋ ਇਹ ਸਟਾਰਟਿੰਗ ਆਪਾਂ ਕੀਤੀ ਮੈਗਨੈਟਿਕ ਫੀਲਡ H ਲਿਆ, ਇੰਡਕਸ਼ਨ B, ਇੰਟੈਂਸਿਟੀ ਆਫ ਮੈਗਨੇਟਾਈਜੇਸ਼ਨ M, ਇਹ ਵਿੱਚ ਰਿਲੇਸ਼ਨ ਦਾ B = mu naught H + M। ਠੀਕ ਹੈ, ਇਹਨੂੰ ਸਾਰੇ ਨੂੰ ਅੱਗੇ ਦਾ ਸੋਲਵ ਕਰਕੇ ਅਸੀਂ ਸਾਰਾ ਸੋਲਵ ਤਾਂ ਨਹੀਂ ਕਰਨਾ, ਅਸੀਂ ਮੇਨ ਰਿਜ਼ਲਟ ਯਾਦ ਰੱਖਣਾ। ਠੀਕ ਹੈ, ਸੋ ਇਹ એનર્ਜੀ ਲੋਸ ਸਾਡੇ ਸਿਲੇਬਸ 'ਚ ਮੈਂਸ਼ਨ ਆ ਸਪੈਸ਼ਲ, ਸੋ ਇਸ ਕਰਕੇ ਇਹਨਾਂ ਨੂੰ ਧਿਆਨ ਦੇਣਾ। ਜਿਹੜੇ એનર્ਜੀ ਲੋਸ ਮੈਂ 2 ਦੱਸੇ ਆ ਡਾਇਰੈਕਟ ਜਿਹੜੇ ਰਿਜ਼ਲਟ ਆ ਇਹ ਵਾਲੇ ਤੁਸੀਂ ਧਿਆਨ ਦੇਣੇ ਆ ਕਿਉਂਕਿ ਪੁੱਛੇ ਜਾਣਗੇ ਪੇਪਰ ਦੇ ਵਿੱਚ। ਠੀਕ ਹੈ ਜੀ, ਬਾਕੀ ਇਹ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਪਰਮਾਨੈਂਟ ਮੈਗਨੇਟਿਕਸ ਲਈ ਕੀ ਯੂਜ਼ ਹੁੰਦਾ ਹੈਗਾ, ਰਿਟੈਂਟਿਵਿਟੀ ਤੇ ਕਰੈਕਟਿਵਿਟੀ ਦੋਨਾਂ ਦੀ ਇੰਪੋਰਟੈਂਟ ਹੈਗੀ ਆ। ਠੀਕ ਹੈ, MH ਤੇ BH ਕਰਵ 'ਚ ਫਰਕ ਕੀ ਆ, तो मैगनेटिक हिस्टरेसिस है की तो एरिया ऑफ लूप सानू की दसदा। सो जो वीडियो पसंद है मैं लाइक एंड कमेंट करके दसना। थैंक्स फॉर वॉचिंग द वीडियो।